ਆਰਮੀ ਦੇ ਦੌਰਾਨ ਇੱਕ ਲੱਤ ਇਹਨਾਂ ਦੀ ਨਕਾਰਾ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਹਿੰਮਤ ਨਹੀਂ ਹਾਰੀ, ਹੌਸਲਾ ਨਹੀਂ ਹਾਰਿਆ। ਹੁਣ ਤੱਕ ਕਈ ਮੈਰਾਥਨ ਦੇ ਵਿੱਚ ਹਿੱਸਾ ਲੈ ਚੁੱਕੇ ਨੇ। ਬੱਚਿਆਂ ਨੂੰ, ਖਾਸ ਕਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਨੇ ਤਾਂ ਜੋ ਉਹ ਵੀ ਆਪਣਾ ਸਿਹਤਮੰਦ ਜੀਵਨ ਜੀ ਸਕਣ। ਤੇ ਮੈਂ ਲਾਈਨ ਆਫ ਕੰਟਰੋਲ ਦੇ ਉੱਪਰ ਆਪਣੀ ਯੂਨਿਟ ਦੇ ਨਾਲ ਡਿਪਲੋਇਡ ਸੀ। ਜਦ ਲੜਾਈ ਦੇ ਦੌਰਾਨ ਗੋਲਾਬਾਰੀ ਦੇ ਵਿੱਚ ਮੈਨੂੰ ਇੱਕ ਬੰਬ ਦਾ ਗੋਲਾ ਮੇਰੇ ਕੋਲ ਆ ਕੇ ਫਟਿਆ ਸੀ, ਜਿਹਦੇ ਸਾਰੇ ਛर्रे ਮੇਰੇ ਸਰੀਰ ਦੇ ਵਿੱਚ ਅੱਜ ਵੀ ਤਕਰੀਬਨ 73 ਛर्रे ਅੰਦਰ ਮੌਜੂਦ ਨੇ ਤੇ ਕਈ ਮੈਨੂੰ ਵੜਦੇ ਹੋਏ ਕੱਟਦੇ ਹੋਏ ਚਲੇ ਗਏ ਸੀਗੇ। ਡਾਕਟਰ ਸਾਹਿਬ ਸੀ, ਜਦ ਮੈਨੂੰ ਉਹਨਾਂ ਨੇ ਰਿਸੀਵ ਕੀਤਾ ਸੀ ਹਸਪੀਟਲ ਦੇ ਵਿੱਚ, ਤਾਂ ਉਹਨਾਂ ਨੂੰ ਲੱਗਿਆ ਕਿ ਮੈਂ ਤਾਂ ਡੈੱਡ ਬੋਡੀ ਹਾਂ, ਮ੍ਰਿਤ ਘੋਸ਼ਿਤ ਕਰ ਦਿੱਤਾ ਸੀਗਾ। ਪਰ ਪਰਮਾਤਮਾ ਦੀ ਦੇਣ ਹੈ, ਇਹ ਜਿਹੜਾ ਦੂਸਰਾ ਜੀਵਨ ਮੈਨੂੰ ਮਿਲਿਆ ਹੈ, ਇਸ ਜੀਵਨ ਦੇ ਵਿੱਚ ਪਰਮਾਤਮਾ ਨੇ ਬਹੁਤ ਕੁਝ ਕਰਾਉਣਾ ਸੀਗਾ ਤੇ ਰੱਬ ਨੇ ਜੋ ਕੁਝ ਕਰਾਇਆ ਆਪਾਂ ਜਾਣਦੇ ਹਾਂ ਸਾਰੇ, ਆਪਾਂ ਕੀਤਾ। 2019 ਦੇ ਵਿੱਚ ਮੈਂ ਏਸ਼ੀਆ ਦੇ ਵਿੱਚ ਪਹਿਲਾ ਇਹੋ ਜਿਹਾ ਡਿਸੇਬਲ ਸਕਾਈ ਡਾਈਵਰ ਬਣਿਆ ਜਿਹਨੇ ਸੋਲੋ ਜੰਪ ਕੀਤੇ ਹੈ। बारह 1000 फिट तक तो हवाई जहाज़ लैके चलिया जाता है, वो तो फिर ਆਪਾਂ ਛਾਲ ਮਾਰ ਦਈਦੀ ਹੈ ਤੇ ਥੱਲੇ ਆਪਣੇ ਆਪ ਆ ਜਾਈਦਾ। ਤੇ ਇਹ ਉਹਦੇ ਵਿੱਚ ਮੈਨੂੰ ਇੱਕ ਚੀਜ਼ ਸਿੱਖਣ ਨੂੰ ਮਿਲੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਉੱਡ ਜਾਓ ਆਪਣੀ ਜ਼ਿੰਦਗੀ ਦੇ ਉੱਪਰ, 12 ਤੋਂ 15 16000 20 25000, ਲੇਕਿਨ ਮੁੜ ਕੇ ਤੁਸੀਂ ਆਣਾ ਧਰਤੀ ਤੇ ਹੀ ਹੈ। ਕਿਉਂਕਿ ਜਿਹੜੇ ਪੰਜਾਬ ਦੇ ਨਿਆਣੇ ਨੇ, ਜੇ ਉਹਨਾਂ ਨੂੰ ਅਸੀਂ ਸਹੀ ਉਮਰ ਦੇ ਵਿੱਚ ਹੀ ਸਿੱਧੇ ਰਸਤੇ 'ਤੇ ਪਾ ਦਈਏ, ਖੇਡਾਂ ਦੀ ਤਰਫ ਪ੍ਰੇਰਿਤ ਕਰ ਦਈਏ, ਤੇ ਜਿਹੜਾ ਇਹ ਨਸ਼ੇ ਨੁਸ਼ੇ ਵਾਲਾ ਹਿਸਾਬ ਕਿਤਾਬ ਹੈ, ਇਹ ਆਪਣੇ ਆਪ ਹੀ ਕਾਬੂ 'ਚ ਆ ਜਾਣਾ ਹੈ। ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹੈ। ਅੱਜ ਤੁਹਾਡੀ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਸਾਡੇ ਨਾਲ ਮੌਜੂਦ ਨੇ ਮੇਜਰ ਡੀਪੀ ਸਿੰਘ, ਜੋ ਇੰਡੀਆ ਦੇ ਪਹਿਲੇ ਬਲੇਡ ਰਨਰ ਨੇ। ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਹੈ, ਸਫ਼ਰ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੇਜਰ ਸਾਹਿਬ, ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਜਰ ਸਾਹਿਬ, ਕਿਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਬਲੇਡ ਰਨਰ ਹੋ, ਤੁਹਾਡਾ ਜੀਵਨ ਬਾਰੇ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਆਰਮੀ ਦੀ ਜਿਹੜੀ ਜ਼ਿੰਦਗੀ ਸੀ ਉਹ ਬੀਤੀ, ਤੇ ਹੁਣ ਤੁਸੀਂ ਲੋਕਾਂ ਨੂੰ ਸਿੱਖਿਅਤ ਕਰ ਰਹੇ ਹੋ ਸਿਹਤ ਦੇ ਪ੍ਰਤੀ। ਕਿਸ ਤਰ੍ਹਾਂ ਦਾ ਤੁਹਾਡਾ ਇਹ ਸਾਰਾ ਸਫ਼ਰ ਹੈ? ਮੈਂ 1.5 ਸਾਲ ਦੀ ਨੌਕਰੀ ਸੀ ਮੇਰੀ, 24 ਸਾਲ ਦੀ ਉਮਰ ਸੀ ਜਦ ਆਪਰੇਸ਼ਨ ਵਿਜੇ ਕਾਰਗਿਲ ਵਾਰ ਸ਼ੁਰੂ ਹੋਈ ਸੀਗੀ, ਤੇ ਮੈਂ ਲਾਈਨ ਆਫ ਕੰਟਰੋਲ ਦੇ ਉੱਪਰ ਆਪਣੀ ਯੂਨਿਟ ਦੇ ਨਾਲ ਡਿਪਲੋਇਡ ਸੀ। ਜਦ ਲੜਾਈ ਦੇ ਦੌਰਾਨ ਗੋਲਾਬਾਰੀ ਦੇ ਵਿੱਚ ਮੈਨੂੰ ਇੱਕ ਬੰਬ ਦਾ ਗੋਲਾ ਮੇਰੇ ਕੋਲ ਆ ਕੇ ਫਟਿਆ ਸੀ, ਜਿਹਦੇ ਸਾਰੇ ਛर्रे ਮੇਰੇ ਸਰੀਰ ਦੇ ਵਿੱਚ ਅੱਜ ਵੀ ਤਕਰੀਬਨ 73 ਛर्रे ਅੰਦਰ ਮੌਜੂਦ ਨੇ ਤੇ ਕਈ ਮੈਨੂੰ ਵੜਦੇ ਹੋਏ ਕੱਟਦੇ ਹੋਏ ਚਲੇ ਗਏ ਸੀਗੇ। ਤੇ ਖੂਨ ਤੋਂ ਲਹੂ ਲੁਹਾਨ ਮੇਰਾ ਸਰੀਰ ਉੱਥੇ ਪਿਆ ਸੀਗਾ। ਜਿਹੜੇ ਮੇਰੇ ਸੈਨਿਕ ਸੀਗੇ 7 ਡੋਗਰਾ ਬਟਾਲੀਅਨ ਦੇ, ਉਹਨਾਂ ਨੇ ਆਪਣੀ ਜਾਨ 'ਤੇ ਖੇਡ ਕੇ, ਤੇ ਡਾਕਟਰ ਸਾਹਿਬ ਕਰਨਲ ਰਜਿੰਦਰ ਸਿੰਘ, ਜਿਨ੍ਹਾਂ ਨੇ ਆਪਣੀ ਜਾਨ 'ਤੇ ਖੇਡ ਕੇ ਮੈਨੂੰ ਬਚਾਇਆ। ਕਿਉਂਕਿ ਦੂਜੇ ਜਿਹੜੇ ਇੱਕ ਡਾਕਟਰ ਸਾਹਿਬ ਸੀ, ਜਦ ਮੈਨੂੰ ਉਹਨਾਂ ਨੇ ਰਿਸੀਵ ਕੀਤਾ ਸੀ ਹਸਪੀਟਲ ਦੇ ਵਿੱਚ, ਤਾਂ ਉਹਨਾਂ ਨੂੰ ਲੱਗਿਆ ਕਿ ਮੈਂ ਤਾਂ ਡੈੱਡ ਬੋਡੀ ਹਾਂ, ਮ੍ਰਿਤ ਘੋਸ਼ਿਤ ਕਰ ਦਿੱਤਾ ਸੀਗਾ। ਪਰ ਪਰਮਾਤਮਾ ਦੀ ਦੇਣ ਹੈ, ਇਹ ਜਿਹੜਾ ਦੂਸਰਾ ਜੀਵਨ ਮੈਨੂੰ ਮਿਲਿਆ ਹੈ, ਇਸ ਜੀਵਨ ਦੇ ਵਿੱਚ ਪਰਮਾਤਮਾ ਨੇ ਬਹੁਤ ਕੁਝ ਕਰਾਉਣਾ ਸੀਗਾ ਤੇ ਰੱਬ ਨੇ ਜੋ ਕੁਝ ਕਰਾਇਆ ਆਪਾਂ ਜਾਣਦੇ ਹਾਂ ਸਾਰੇ, ਆਪਾਂ ਕੀਤਾ ਜੀ। ਤੇ ਹੁਣ ਤੱਕ ਮੇਜਰ ਸਾਹਿਬ ਤੁਸੀਂ ਕਿੰਨੇ ਕੁ ਮੁਕਾਬਲਿਆਂ 'ਚ ਹਿੱਸਾ ਲੈ ਚੁੱਕੇ ਹੋ? ਕਿੰਨੀਆਂ ਕੁ ਮੈਰਾਥਨ ਜਿਹੜੀਆਂ ਤੁਸੀਂ ਕਰ ਚੁੱਕੇ ਹੋ, ਤੇ ਕੀ ਤੁਹਾਡੀਆਂ ਜਿਹੜੀਆਂ ਪ੍ਰਾਪਤੀਆਂ ਨੇ? ਮੈਂ 2009 ਦੇ ਵਿੱਚ ਆ ਜਿਹੜੀ ਲੱਤ ਪਾ ਕੇ ਖੜਿਆ, ਇਹਦੇ ਨਾਲ ਭੱਜਣਾ ਸ਼ੁਰੂ ਕੀਤਾ ਸੀ ਮੈਂ। ਤੇ ਇਹ ਲੱਤ ਜਿਹੜੀ ਹੈਗੀ ਹੈ ਭੱਜਣ ਵਾਸਤੇ ਬਣੀ ਨਹੀਂ ਹੋਈ ਨਾ। ਜਿਹੜਾ ਇਹ ਪ੍ਰੋਡਕਟ ਹੈ ਆਰਟੀਫਿਸ਼ਲ ਨੀ ਵਗੈਰਾ ਜਿਹੜਾ ਮੈਂ ਪਾਇਆ ਹੋਇਆ, ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹਨੂੰ 5-7 ਕਿਲੋਮੀਟਰ ਤੋਂ ਜ਼ਿਆਦਾ ਲਗਾਤਾਰ ਯੂਜ਼ ਕਰਨਾ ਪ੍ਰੋਡਕਟ ਨੂੰ ਖਰਾਬ ਕਰ ਸਕਦਾ ਹੈ। ਪਰ ਉਸ ਟਾਈਮ ਇੱਕ ਕਨਫਿਊਜ਼ਨ ਸੀਗਾ, ਕਿਉਂਕਿ ਦੁਨੀਆ ਜਿਹੜੀ ਸੀਗੀ
ਉਹ ਇੱਕ ਸੋਲਜਰ ਦੀ ਐਬਿਲਿਟੀ ਦੇ ਉੱਪਰ ਕੁਐਸਚਨ ਮਾਰਕ ਲਗਾ ਕੇ ਖੜੀ ਸੀਗੀ ਕਿ ਇਹ ਡਿਸੇਬਲ ਹੋ ਗਿਆ, ਹੁਣ ਕਿਸੇ ਕੰਮ ਦਾ ਨਹੀਂ ਹੈ, 100% ਡਿਸੇਬਲ ਹੋ ਗਿਆ। ਔਰ ਜਿਹੜਾ ਫੌਜੀ ਹੁੰਦਾ ਹੈ ਉਹ ਕਦੇ ਬੋਲਦਾ ਨਹੀਂ ਹੈ, ਉਹ ਕੰਮ ਕਰਕੇ ਦਿਖਾਉਂਦਾ ਹੈ। ਤੇ ਮੈਂ ਕੰਮ ਕਰਕੇ ਦਿਖਾਣਾ ਸੀਗਾ ਤੇ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਜਿਹੜੀ ਡਿਫਿਕਲਟ ਤੇ ਤਕਲੀਫ ਦੂਜਾ ਐਕਟੀਵਿਟੀ ਸੀ ਉਹ ਸੀਗੀ ਮੈਰਾਥਨ ਦੌੜਨਾ। ਮੈਂ ਤੁਹਾਨੂੰ ਦੱਸਾਂ ਕਿ ਜਦ ਮੇਰੀ ਦੋਵਾਂ ਲੱਤਾਂ ਸੀਗੀ ਤਾਂ ਮੈਂ ਦੌੜਦਾ ਨਹੀਂ ਸੀ, ਮਤਲਬ ਮੈਰਾਥਨ ਮੈਨੂੰ ਚੰਗਾ ਨਹੀਂ ਲੱਗਦਾ ਸੀ ਇੰਨੀ ਲੰਬੀ ਦੌੜ ਲਗਾਉਣਾ। ਪਰ ਲੱਤ ਗਵਾਉਣ ਤੋਂ ਬਾਅਦ ਗੁਰੂ ਸਾਹਿਬ ਨੇ ਸ਼ਕਤੀ ਦਿੱਤੀ ਤੇ ਉਹ ਜਿਹੜਾ ਮੈਂ ਦੱਸਿਆ ਕਿ ਇੱਕ ਸੋਲਜਰ ਦਾ ਤਰੀਕਾ ਹੁੰਦਾ ਹੈ ਕਿ ਐਕਸ਼ਨ ਨਾਲ ਆਪਣੀ ਐਬਿਲਿਟੀ ਨੂੰ ਪ੍ਰੂਵ ਕਰਨਾ, ਇਸ ਕਰਕੇ ਮੈਂ ਦੌੜਿਆ 2009 ਦੇ ਵਿੱਚ। ਫਿਰ ਇੰਡੀਅਨ ਆਰਮੀ ਨੇ ਮੈਨੂੰ 2011 ਦੇ ਵਿੱਚ ਇੱਕ ਬਲੇਡ ਇੰਪੋਰਟ ਕਰਕੇ ਦਿੱਤਾ, ਉਹ ਦੇਸ਼ ਦਾ ਪਹਿਲਾ ਬਲੇਡ ਸੀਗਾ। ਉਸ ਤੋਂ ਬਾਅਦ ਮੈਨੂੰ ਲੋਕੀ ਬਲੇਡ ਰਨਰ ਕਹਿਣ ਲੱਗ ਗਏ ਤੇ ਮੈਂ ਫਿਰ ਉਸ ਤੋਂ ਬਾਅਦ ਸੜਕਾਂ ਤੇ ਜੰਗਲਾਂ ਦੇ ਵਿੱਚ, ਕੱਚੇ ਰਸਤਿਆਂ ਦੇ ਵਿੱਚ ਜਾਂ ਲਦਾਖ ਦੀ ਹਾਈ ਆਲਟੀਟਿਊਡ ਦੇ ਸਾਰੀ ਥਾਂ ਤੇ ਦੌੜ ਚੁੱਕਿਆ। ਮੈਂ ਕੋਈ 26 ਮੈਰਾਥਨ, ਹਾਫ ਮੈਰਾਥਨ ਕੰਪਲੀਟ ਕੀਤੀ ਹੈ ਤੇ ਇਹ ਸਾਰੇ ਦੇ ਸਾਰੇ ਹਾਈ ਆਲਟੀਟਿਊਡ ਵਾਲਾ, ਫਸਟ ਬਲੇਡ ਰਨਰ, ਫਸਟ ਮੈਰਾਥਨ ਡਿਸੇਬਲ ਰਨਰ, ਇਹ ਸਾਰੇ ਰਿਕਾਰਡ ਨੇ ਮੇਰੇ ਨਾਂ ਤੇ। ਤੇ ਲੇਟੈਸਟ ਜਿਹੜਾ ਸੀਗਾ ਉਹ 2019 ਦੇ ਵਿੱਚ ਮੈਂ ਏਸ਼ੀਆ ਦੇ ਵਿੱਚ ਪਹਿਲਾ ਇਹੋ ਜਿਹਾ ਡਿਸੇਬਲ ਸਕਾਈ ਡਾਈਵਰ ਬਣਿਆ ਜਿਹਨੇ ਸੋਲੋ ਜੰਪ ਕੀਤੇ ਹੈ। ਤੇ ਮੈਂ 8 ਜੰਪ ਕਰ ਚੁੱਕਿਆ ਇਸ ਟਾਈਮ ਤੱਕ। 12,000 ਫਿਟ ਤੋਂ 12,000 ਫਿਟ ਤੱਕ ਤਾਂ ਹਵਾਈ ਜਹਾਜ਼ ਲੈ ਕੇ ਚਲਿਆ ਜਾਂਦਾ, ਉਹ ਤੋਂ ਫਿਰ ਆਪਾਂ ਛਾਲ ਮਾਰ ਦਈਦੀ ਹੈ ਤੇ ਥੱਲੇ ਆਪਣੇ ਆਪ ਆ ਜਾਈਦਾ। ਤੇ ਇਹ ਉਹਦੇ ਵਿੱਚ ਮੈਨੂੰ ਇੱਕ ਚੀਜ਼ ਸਿੱਖਣ ਨੂੰ ਮਿਲੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਉੱਡ ਜਾਓ ਆਪਣੀ ਜ਼ਿੰਦਗੀ ਦੇ ਉੱਪਰ, 12 ਤੋਂ 15, 16,000, 20, 25,000, ਲੇਕਿਨ ਮੁੜ ਕੇ ਤੁਸੀਂ ਆਉਣਾ ਧਰਤੀ ਤੇ ਹੀ ਹੈ। ਬਿਲਕੁਲ। ਤੇ ਧਰਤੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਹਮੇਲੀ ਰੱਖਣੀ ਬਹੁਤ ਜ਼ਰੂਰੀ ਹੈ ਜੀ। ਤੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਹੁਣ ਮੈਰਾਥਨ ਦੇ ਵਿੱਚ ਪੂਰਾ ਭਾਗ ਲੈਂਦੇ ਹੋ, ਹਿੱਸਾ ਲੈਂਦੇ ਹੋ, ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਹੋ, ਪਰਿਵਾਰ ਦਾ ਕਿੰਨਾ ਕੁ ਸਹਿਯੋਗ ਮਿਲਦਾ ਹੈ? ਤੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਅੱਜ ਕੱਲ੍ਹ ਸਾਡੀ ਜਿਹੜੀ ਖੇਡ ਨੀਤੀ ਹੈ, ਨੌਜਵਾਨਾਂ ਨੂੰ ਮੌਕੇ ਮਿਲਦੇ ਨੇ ਪਰ ਅੱਗੇ ਨਹੀਂ ਵੱਧ ਪਾਉਂਦੇ, ਕਈ ਤਰ੍ਹਾਂ ਦੀਆਂ ਫਾਈਨੈਂਸ਼ੀਅਲ ਜਿਹੜੀਆਂ ਹੁੰਦੀਆਂ ਨੇ ਪ੍ਰੋਬਲਮ ਆ ਜਾਂਦੀਆਂ ਨੇ, ਉਹ ਕਿਸ ਤਰ੍ਹਾਂ ਦੇ ਨਾਲ ਮੈਨੇਜ ਕਰਨ ਤੇ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਜਾਂਦੇ ਜਾਂਦੇ, ਖਾਸ ਕਰ ਜਿਹੜੇ ਦੌੜਾਕ ਨੇ? ਦੇਖੋ, ਮੇਰਾ ਇੱਕ NGO ਹੈ ਦ ਚੈਲੰਜਿੰਗ ਵਨਸ, ਜਿਹਦੇ ਵਿੱਚ ਮੈਂ ਆਪਣੇ ਵਰਗੇ ਐਂਪੂਟੀਜ਼ ਨੂੰ ਪ੍ਰੇਰਿਤ ਕਰਦਾ ਖੇਡਾਂ ਦੇ ਥਰੂ। ਉਹਦੇ ਵਿੱਚ ਇੱਕ ਵਾਰ ਅਸਾਮ ਦੇ ਇੱਕ ਮੁੰਡੇ ਨੇ ਮੈਨੂੰ ਬੋਲਿਆ ਸੀ ਕਿ ਮੈਂ ਸਾਈਕਲ ਚਲਾਉਣੀ ਹੈ, ਉਹਦੀ ਵੀ ਲੱਤ ਤੋਂ ਗੋਡੇ ਦੇ ਉੱਪਰ ਤੋਂ ਵੱਡੀ ਹੋਈ ਹੈ ਤੇ ਮੈਨੂੰ ਕਹਿੰਦਾ ਮੈਨੂੰ ਤੁਸੀਂ ਵਧੀਆ ਜੀ ਸਾਈਕਲ ਲੈ ਕੇ ਦਿਓ। ਮੈਂ ਕਿਹਾ ਇਸ ਤਰ੍ਹਾਂ ਹੈ ਬਈ, ਜੇ ਤਾਂ ਤੁਸੀਂ ਵੇਟ ਕਰਦੇ ਰਹੇ ਕਿ ਵਧੀਆ ਜੀ ਸਾਈਕਲ ਆਊਗੀ ਤਾਂ ਤੁਸੀਂ ਸਾਈਕਲ ਚਲਾਉਣਾ ਸ਼ੁਰੂ ਕਰੋਗੇ, ਫਿਰ ਤੁਸੀਂ ਸਾਰੀ ਉਮਰ ਵੇਟ ਹੀ ਕਰਦੇ ਰਹੋਗੇ। ਤੁਹਾਡੇ ਕੋਲ ਜਿਹੜੀ ਖਚਾੜਾ ਸਾਈਕਲ ਹੈ ਉਹਦੇ ਨਾਲ ਤੁਸੀਂ ਸ਼ੁਰੂ ਕਰੋ, ਸਾਈਕਲਾਂ ਆਪਣੇ ਆਪ ਤੁਹਾਡੇ ਪਿੱਛੇ ਆਉਣਗੀਆਂ। ਬਿਲਕੁਲ। ਉਸਨੇ ਉਹੀ ਕੀਤਾ। ਅੱਜ ਦੀ ਡੇਟ ਵਿੱਚ ਉਹਦਾ ਨੈਸ਼ਨਲ ਰਿਕਾਰਡ ਹੈ, ਸਟੇਟ ਗਵਰਨਮੈਂਟ ਨੇ ਉਸਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਤੇ ਇਹ ਜਿਹੜੇ ਚੈਲੰਜ ਨੇ ਜਿਹੜੇ ਤੁਸੀਂ ਡਿਸਕ੍ਰਾਈਬ ਕੀਤੇ, ਇਹ ਤਾਂ ਹਿੱਸੇ ਹੈ ਹਰੇਕ ਦੇ। ਜੇ ਤੁਹਾਨੂੰ ਲੱਗਦਾ ਹੈ ਕਿ ਆਰਾਮ ਨਾਲ ਕੋਈ ਚੀਜ਼ ਹੋ ਜਾਊਗੀ, ਫਿਰ ਉਹ ਹੋਈ ਕੀ? ਬਿਲਕੁਲ। ਤੇ ਤੁਸੀਂ ਆਪਣੇ ਅੰਦਰ ਉਹ ਜਨੂਨ ਰੱਖੋ ਕਿ ਮੈਂ ਕਰਨਾ ਹੀ ਹੈ, ਤੇ ਰਸਤੇ ਆਪਣੇ ਆਪ ਬਣਦੇ ਹੈ। ਐਜ਼ ਫਾਰ ਐਜ਼ ਅਸੀਂ ਸਪੋਰਟ ਕੀ ਦਿੰਦੇ ਹਾਂ, ਸੁਪਰ ਸਿੱਖ ਦੇ ਵਿੱਚ ਵੀ ਹਿੰਮਤ ਅਵਾਰਡ ਇੱਕ ਹੁੰਦਾ ਹੈਗਾ, ਜਿਹੜਾ ਕਿ ਯੰਗ ਜਿਹੜੇ ਬੱਚੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਅਸੀਂ ਛੋਟੇ ਛੋਟੇ ਬੱਚਿਆਂ ਤੋਂ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਤੁਸੀਂ ਜੇ ਪਾਰਟਿਸਿਪੇਟ ਕਰੋਗੇ ਤੁਹਾਨੂੰ ਹਿੰਮਤ ਅਵਾਰਡ ਦੀ ਟਰੋਫੀ ਮਿਲੇਗੀ। ਉਹ ਮੈਂ ਸਪੋਂਸਰ ਕਰਦਾ ਹਾਂ ਜੀ ਸੁਪਰ ਸਿੱਖ ਦੇ ਵਿੱਚ। ਇਹ ਮੇਰਾ ਕੰਟਰੀਬਿਊਸ਼ਨ ਹੈ ਕਿ ਮੈਂ ਦੇਸ਼ ਦੀ ਸੇਵਾ ਕਰ ਸਕਾਂ, ਕਿਉਂਕਿ ਜਿਹੜੇ ਪੰਜਾਬ ਦੇ ਨਿਆਣੇ ਨੇ, ਜੇ ਉਹਨਾਂ ਨੂੰ ਅਸੀਂ ਸਹੀ ਉਮਰ ਦੇ ਵਿੱਚ ਹੀ ਸਿੱਧੇ ਰਸਤੇ 'ਤੇ ਪਾ ਦਈਏ, ਖੇਡਾਂ ਦੀ ਤਰਫ ਪ੍ਰੇਰਿਤ ਕਰ ਦਈਏ, ਤੇ ਜਿਹੜਾ ਇਹ ਨਸ਼ੇ ਨੁਸ਼ੇ ਵਾਲਾ ਹਿਸਾਬ ਕਿਤਾਬ ਹੈ ਇਹ ਆਪਣੇ ਆਪ ਹੀ ਕਾਬੂ 'ਚ ਆ ਜਾਣਾ ਹੈ, ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹੈ। ਤੇ ਰੱਬ ਮਿਹਰ ਰੱਖੇ, ਸਭ ਬਹੁਤ ਵਧੀਆ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਆਪਣਾ ਆਪਣਾ ਹਿੱਸਾ ਪਾਓ ਕਿ ਮੈਂ ਦੇਸ਼ ਦੀ ਸੇਵਾ ਦੇ ਵਿੱਚ ਕੀ ਕਰ ਸਕਦਾ, ਤੇ ਦੇਖੋ ਫਿਰ ਦੇਸ਼ ਕਿੱਥੋਂ ਜਾਂਦਾ ਹੈ ਜੀ। ਮਿਹਰਬਾਨੀ ਮੇਜਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਮੇਜਰ DP ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਇੱਕ ਇੰਡੀਆ ਦੇ ਬਲੇਡ ਰਨਰ ਬਣੇ ਨੇ। ਇੱਕ ਲੱਤ ਨਹੀਂ ਹੈ ਇਹਨਾਂ ਦੀ, ਆਰਮੀ ਦੇ ਦੌਰਾਨ ਇੱਕ ਲੱਤ ਇਹਨਾਂ ਦੀ ਨਕਾਰਾ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਹਿੰਮਤ ਨਹੀਂ ਹਾਰੀ, ਹੌਸਲਾ ਨਹੀਂ ਹਾਰਿਆ। ਹੁਣ ਤੱਕ ਕਈ ਮੈਰਾਥਨ ਦੇ ਵਿੱਚ ਹਿੱਸਾ ਲੈ ਚੁੱਕੇ ਨੇ। ਬੱਚਿਆਂ ਨੂੰ, ਖਾਸ ਕਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਨੇ ਤਾਂ ਜੋ ਉਹ ਵੀ ਆਪਣਾ ਸਿਹਤਮੰਦ ਜੀਵਨ ਜੀ ਸਕਣ। ਕੈਮਰਾਮੈਨ ਜਤਿੰਦਰ ਜੀਤੂ ਦੇ ਨਾਲ ਮੈਂ ਧਰਮਿੰਦਰ ਸੰਧੂ।